जय गुरु जी। वीडियो को लाइक कीजिए, चैनल को सब्सक्राइब कीजिए और बेल आइकन को प्रेस कर दीजिए ताकि जब भी हम नया सत्संग वीडियो अपलोड करें तो उसका नोटिफिकेशन आप तक तुरंत पहुंच जाए और फिर आप गुरु की महिमा और उनके अनेकों चमत्कारों के बारे में सुने, वो भी संगत की जुबानी। जय गुरु जी। आज मैं आप सबके साथ जो सत्संग शेयर करूँगा वो हमें व्हाट्सएप के माध्यम से प्राप्त हुआ है। हमें बेहद ही अच्छा लग रहा है कि आप हमें अपनी मैजिकल जर्नी भेज रहे हैं। संगत जी, ऐसे ही अपने प्यारे प्यारे सत्संग हमारे साथ शेयर करते रहें, चाहे आप हमें व्हाट्सएप पर हिंदी में टाइप करके भेजें या फिर नोटबुक में लिख कर या फिर ऑडियो रिकॉर्ड करके। हमारी आपसे सिर्फ एक छोटी सी विनती है, जब भी आप अपना सत्संग रिकॉर्ड करें तो उसको एक शांत वातावरण में ही रिकॉर्ड करें। संगत जी, आज का सत्संग एक गुरु भक्त आंटी जी का है और आंटी जी अपना नाम और जगह गुप्त रखना चाहती हैं, जिसका हम दिल से सम्मान करते हैं। चलिए आज का ये सत्संग हम आंटी जी के बोले हुए शब्दों में ही हम सब सुनते हैं। बहुत ही सुंदर सत्संग शेयर करा है आंटी जी ने। जैसा आंटी जी ने सत्संग हमारे साथ शेयर करा है वैसे ही आप सबके साथ इस सत्संग के माध्यम से आज साझा करने जा रहे हैं। इसलिए आप सभी संगत सत्संग के अंत तक बने रहना, उस सत्संग को बहुत ध्यान से सुनना, उस सत्संग को बीच में ना छोड़े, क्योंकि सत्संग सुनने वाले का भी कल्याण होता है और सत्संग करने वाले का भी। और हो सकता है जो आप आज सत्संग सुने उससे आपको भी अपने कई सवालों के जवाब मिल जाए। चलिए सत्संग शुरू करते हैं। जय गुरु जी। जय गुरु जी। शुक्राना गुरु जी। प्यारी प्यारी संगत जी, जय गुरु जी। ओम नमः शिवाय। शिव जी सदा सहाय। ओम नमः शिवाय। गुरु जी सदा सहाय। संगत जी, मैं फरीदकोट तो बोल रही हाँ। ये मेरा पहला सत्संग है। सत्संग शुरू करन तो पहला मैं गुरु जी अगे उन्हां दे चरनां दे विच दो लाइनां बोलना चाहुंदी हाँ। सारे तीर्थ धाम आपके चरणों में, सारे तीर्थ धाम आपके चरणों में, हे गुरुदेव प्रणाम आपके चरणों में, हे गुरुदेव प्रणाम आपके चरणों में। जय गुरु जी। शुक्राना गुरु जी। ओम नमः शिवाय। शिव जी सदा सहाय। ओम नमः शिवाय। गुरु जी सदा सहाय। संगत जी, ये मेरा पहला सत्संग है। मेरी जर्नी गुरु जी दे नाल सितंबर 2023 ਚ ਸ਼ੁਰੂ ਹੋਈ ਸੀ। ਸੰਗਤ ਜੀ, ਜਦੋਂ ਗੁਰੂ ਜੀ ਨਾਲ ਮੇਰੀ ਜਰਨੀ ਸ਼ੁਰੂ ਹੋਈ ਉਸ ਟਾਈਮ ਮੈਂ ਬਹੁਤ ਮੁਸ਼ਕਿਲ ਸਮੇਂ ਸੇ ਗੁਜ਼ਰ ਰਹੀ ਸੀ। ਸੰਗਤ ਜੀ, ਮੈਨੂੰ ਬਹੁਤ ਪ੍ਰੋਬਲਮ ਹੋਈ ਸੀ। ਸੰਗਤ ਜੀ, ਮੈਂ ਇੱਕ ਹੈਂਡੀਕੈਪਟ ਆ, ਮੇਰੀ ਸੱਜੀ ਲੱਤ ਨੂੰ ਪੋਲ ਗਿਆ ਸਰ। ਸੰਗਤ ਜੀ, ਵੈਸੇ ਮੈਂ ਫਿਰ ਵੀ ਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਥੋੜਾ ਬਹੁਤ ਤੁਰ ਲੈਂਦੀ ਆ। ਸੰਗਤ ਜੀ, ਮੈਂ ਇੱਕੋਦਮ ਅਚਾਨਕ ਅਗਸਤ ਦੇ ਵਿੱਚ ਮੈਨੂੰ ਇਤਨੀ ਪ੍ਰੋਬਲਮ ਆਈ ਸੰਗਤ ਜੀ ਕਿ ਮੇਰੇ ਗੋਡੇ ਦੇ ਵਿੱਚ ਅਚਾਨਕ ਪੇਨ ਸ਼ੁਰੂ ਹੋ ਗਿਆ। ਸੰਗਤ ਜੀ, ਦੇਖਦੇ ਦੇਖਦੇ ਮੈਂ ਗੋਡਾ ਮੇਰਾ ਬਿਲਕੁਲ ਹੀ ਅੰਦਰ ਨੂੰ ਬਿਲਕੁਲ ਹੀ ਜਾ ਵੜਿਆ। ਮੈਨੂੰ ਤੁਰਨਾ ਬਹੁਤ ਮੁਸ਼ਕਿਲ ਹੋ ਗਿਆ। ਸੰਗਤ ਜੀ, ਅਸੀਂ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ। ਸੰਗਤ ਜੀ, ਜਦੋਂ ਡਾਕਟਰ ਕੋਈ ਡਾਕਟਰ ਨਹੀਂ ਕੋਈ ਮਤਲਬ ਰਾਹ ਨਹੀਂ ਪਾ ਰਹੇ ਸੀਗੇ। ਸਾਰੇ ਡਾਕਟਰ ਹੀ ਕਹਿ ਰਹੇ ਸੀ ਪਹਿਲਾਂ ਹੀ ਲੱਤ ਪੁੱਲ ਗਈ ਵਾਲੀ, ਇਸਦਾ ਕੁਛ ਨਹੀਂ ਹੋ ਰਿਹਾ। ਤੇ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦੀ, ਦਿਨ ਭਰ ਰਾਤ ਰੋਈ ਜਾ ਰਹੀ ਸੀਗੀ। ਸੰਗਤ ਜੀ, ਮੈਨੂੰ ਬਹੁਤ ਮੁਸ਼ਕਿਲ ਹੋ ਰਹੀ ਸੀਗੀ। ਬਹੁਤ ਮੈਨੂੰ ਇਸਦਾ ਸੋਚਦੀ ਸੀ ਕਿ ਮੇਰਾ ਕੀ ਬਣੂਗਾ, ਮੇਰੇ ਬੱਚਿਆਂ ਦਾ ਕੀ ਬਣੂਗਾ। ਸੰਗਤ ਜੀ, ਮੈਨੂੰ ਬਹੁਤ ਪ੍ਰੋਬਲਮ ਸੀ। ਅਚਾਨਕ ਲੁਧਿਆਣੇ ਮੇਰੀ ਸਿਸਟਰ ਆ ਤੇ ਇੱਕ ਦਿਨ ਉਹਨਾਂ ਦਾ ਕਾਲ ਆਇਆ ਤੇ ਉਹਨਾਂ ਨੇ ਮੈਨੂੰ ਗੁਰੂ ਜੀ ਬਾਰੇ ਬਤਾਇਆ। ਉਹਨਾਂ ਨੇ ਗੁਰੂ ਜੀ ਦੇ ਬਾਰੇ ਮੰਤਰ ਜਾਪ ਕਰਨ ਨੂੰ ਦਿੱਤਾ। ਉਹਨਾਂ ਨੇ ਕਿਹਾ ਕਿ ਗੁਰੂ ਜੀ ਤਾਂ ਹਰ ਇੱਕ ਦੀ ਵੀ ਮੁਸ਼ਕਿਲਾਂ ਹੱਲ ਕਰ ਦਿੰਦੇ ਨੇ। ਗੁਰੂ ਜੀ ਬਹੁਤ ਬਲੈਸ ਕਰਦੇ ਨੇ। ਗੁਰੂ ਜੀ ਵੀ ਜੜ ਤੋਂ ਬਿਮਾਰੀ ਖਤਮ ਕਰ ਦਿੰਦੇ ਨੇ। ਵੀ ਤੁਸੀਂ ਗੁਰੂ ਜੀ ਦਾ ਮੰਤਰ ਜਾਪ ਕਰੋ, ਗੁਰੂ ਜੀ ਨੂੰ ਮੰਨੋ। ਸੰਗਤ ਜੀ, ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਗੁਰੂ ਜੀ ਦਾ ਮੰਤਰ ਜਾਪ ਕਰਨ ਲੱਗੀ, ਗੁਰੂ ਜੀ ਦੇ ਦਿਨ ਪਰ ਰਾਤ ਸਤਸੰਗ ਸੁਣਨ ਲੱਗੀ, ਗੁਰੂ ਜੀ ਦੇ ਕੀਰਤਨ ਸੁਣਨ ਲੱਗੀ, ਗੁਰੂ ਜੀ ਦਾ ਨਾਮ ਹਰ ਵਕਤ ਜਪਣ ਲੱਗੀ। ਸੰਗਤ ਜੀ, ਗੁਰੂ ਜੀ ਦੇ ਫਿਰ ਮੈਨੇ ਸੋਚਿਆ ਕਿ ਗੁਰੂ ਜੀ ਦਾ ਵੀ ਸਰੂਪ ਮੈਨੂੰ ਪਤਾ ਨਹੀਂ ਸੀ ਕਿੱਥੋਂ ਮਿਲਦਾ। ਇੱਕ ਦਿਨ ਮੈਨੂੰ ਮੈਸੇਜ ਆਇਆ ਕਿ ਮਤਲਬ ਬੇਟੀ, ਜੇ ਕਿਸੇ ਨੂੰ ਵੀ ਸਰੂਪ ਮੇਰਾ ਖਰੀਦਿਆ ਨਹੀਂ ਜਾਂਦਾ ਵੀ ਤੁਸੀਂ ਦੂਜਾ ਵੀ ਪ੍ਰਿੰਟ ਆਊਟ ਕਰਾ ਕਰ ਲਿਆ ਕੇ ਵੀ ਲਿਆ ਸਕਦੇ ਹੋ। ਤੇ ਸੰਗਤ ਜੀ, ਅਸੀਂ ਇਸੇ ਤਰ੍ਹਾਂ ਹੀ ਕੀਤਾ। ਅਸੀਂ ਪ੍ਰਿੰਟ ਆਊਟ ਕਢਵਾ ਕਰ ਗੁਰੂ ਜੀ ਦਾ ਸਰੂਪ ਫੋਟੋ ਫਰੇਮ ਵਿੱਚ ਕਰਵਾ ਕੇ ਲੈ ਆਂਦਾ। ਜਦੋਂ ਗੁਰੂ ਜੀ ਦਾ ਅਸੀਂ ਸਰੂਪ ਘਰ ਲੈ ਕੇ ਆਂਦਾ, ਉਸ ਦਿਨ ਅਸ਼ਟਮੀ ਸੀ। ਅਸੀਂ ਉਸ ਦਿਨ ਗੁਰੂ ਜੀ ਦਾ ਮਤਲਬ ਤੇਲ ਚੋਇਆ, ਨਾਲੇ ਉਹਨਾਂ ਦੇ ਫੁੱਲਾਂ ਨਾਲ ਵਰਖਾ ਕੀਤੀ, ਕੜਾਹ ਪ੍ਰਸ਼ਾਦ ਦਾ ਭੋਗ ਲਵਾਇਆ, ਮਠਰੀ ਦਾ ਭੋਗ ਲਵਾਇਆ। ਸੰਗਤ ਜੀ, ਮੈਂ ਦੱਸ ਨਹੀਂ ਸਕਦੀ ਕਿ ਸਾਨੂੰ ਬਹੁਤ ਖੁਸ਼ੀ ਸੀ। ਬੱਚੇ ਵੀ ਬਹੁਤ ਖੁਸ਼ ਸੀ, ਬਹੁਤ ਖੁਸ਼ ਸੀ। ਸਾਡੇ ਘਰ ਵੀ ਗੁਰੂ ਜੀ ਆਏ ਆ। ਉਸ ਤਰ੍ਹਾਂ ਗੁਰੂ ਜੀ ਦੇ ਬਸ ਅਸੀਂ ਮੰਤਰ ਜਪ ਮੈਂ ਕਰਨ ਲੱਗੀ ਗੁਰੂ ਜੀ ਦਾ ਸਰੂਪ ਤੇ ਅੱਗੇ ਬੈਠ ਕੇ ਦਿਨ ਭਰ ਰਾਤ। ਮੈਂ ਜਦੋਂ ਮੈਨੂੰ ਟਾਈਮ ਮਿਲਣਾ ਮੈਂ ਗੁਰੂ ਜੀ ਦੇ ਅੱਗੇ ਬੈਠ ਕੇ ਬਹੁਤ ਰੋਣਾ। ਮੈਂ ਕਹਿਣਾ, ਗੁਰੂ ਜੀ, ਮੈਂ ਤੁਹਾਡੀ ਬੱਚੀ ਹਾਂ, ਤੁਸੀਂ ਇਹ ਮੇਰਾ ਆਧਾਰ ਕਰੋ, ਬਸ ਤੁਸੀਂ ਇਹ ਮੇਰੀ ਹੁਣ ਬਾਂਹ ਫੜੋ। ਗੁਰੂ ਜੀ, ਮੈਂ ਬਹੁਤ ਔਖੀ ਹਾਂ, ਮੈਂ ਕੀ ਕਰੂੰਗੀ, ਮੇਰੇ ਬੱਚਿਆਂ ਦਾ ਕੀ ਬਣੂਗਾ। ਗੁਰੂ ਜੀ, ਮੈਂ ਤੁਰਨੋਂ ਫਿਰਨੋਂ ਬਿਲਕੁਲ ਰਹਿ ਗਈ। ਤਾਂ ਸੰਗਤ ਜੀ, ਗੁਰੂ ਜੀ ਦੇ ਮੈਨੂੰ ਮੈਸੇਜ ਆਉਣ ਲੱਗੇ, ਬੇਟੀ ਮੈਂ ਤੁਹਾਡੀ ਬਿਮਾਰੀ ਜੜ ਤੋਂ ਖਤਮ ਕਰ ਦਊਂਗਾ, ਤੁਸੀਂ ਵੀ ਬਸ ਮੇਰੇ ਸਤਸੰਗ ਸੁਣਦੇ ਰਹੋ, ਮੈਂ ਤੁਹਾਡੀ ਬਿਮਾਰੀ ਜੜ ਤੋਂ ਖਤਮ ਕਰ ਦੂੰ।
ਨਾਲੇ ਗੁਰੂ ਜੀ ਦੇ ਮੈਨੂੰ ਮੈਸੇਜ ਆਉਣ ਲੱਗੇ ਵੀ ਤੁਸੀਂ ਮੇਰਾ ਸਰੂਪ ਦੇ ਨਾਲ ਇੱਕ ਤਾਂਬੇ ਦਾ ਲੋਟਾ ਲੈ ਕੇ ਬਲੈਸ ਕਰਕੇ ਸਰੂਪ ਦੇ ਨਾਲ ਬਲੈਸ ਕਰਕੇ ਵੀ ਜਲ ਪ੍ਰਸ਼ਾਦ ਰੱਖੋ ਤੇ ਉਹਦੇ ਨਾਲ ਮੈਡੀਸਨ ਲੈਣੀ ਸ਼ੁਰੂ ਕਰੋ। ਮੈਂ ਸੰਗਤ ਜੀ ਮੈਂ ਇਸੇ ਤਰ੍ਹਾਂ ਹੀ ਕੀਤਾ। ਇੱਕ ਤਾਂਬੇ ਦਾ ਲੋਟਾ ਲਿਆ ਕੇ ਗੁਰੂ ਜੀ ਦੇ ਅੱਗੇ ਸਰੂਪ ਨਾਲ ਬਲੈਸ ਕਰਕੇ ਜਲ ਪ੍ਰਸ਼ਾਦ ਰੱਖਣ ਲੱਗੇ, ਉਹਦੇ ਨਾਲ ਹੀ ਮੈਡੀਸਨ ਲੈਣ ਲੱਗੇ। ਫਿਰ ਗੁਰੂ ਜੀ ਦਾ ਮੈਨੂੰ ਮੈਸੇਜ ਆਇਆ, ਬੇਟੀ ਮੈਨੂੰ ਚੰਦਨ ਦਾ ਤਿਲਕ ਲਗਾ ਕੇ ਜਿਹੜੀ ਉਂਗਲੀ ਦੇ ਨਾਲ ਤੁਸੀਂ ਲਗਾਉਂਦੇ ਆ ਉਹ ਜਿਹੜਾ ਵੀ ਤਿਲਕ ਬਚਦਾ ਤੁਸੀਂ ਆਪਣੀ ਵੀ ਪੇਨ ਵਾਲੀ ਜਗ੍ਹਾ ਤੇ ਲਗਾਓ। ਸੰਗਤ ਜੀ ਮੈਂ ਉਸੇ ਤਰ੍ਹਾਂ ਹੀ ਕਰਨ ਲੱਗੀ। ਫਿਰ ਮੈਨੂੰ ਗੁਰੂ ਜੀ ਦੇ ਮੈਸੇਜ ਆਉਣ ਲੱਗੇ, ਬੇਟੀ ਤੁਹਾਡੀ ਮੈਂ ਜੜ ਤੋਂ ਬਿਮਾਰੀ ਖਤਮ ਕਰ ਦੂੰ। ਸੰਗਤ ਜੀ ਇੱਕ ਦਿਨ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ, ਬੇਟੀ ਮੈਂ ਤੁਹਾਨੂੰ ਤਿਤਲੀ ਰੂਪ ਵਿੱਚ ਦਰਸ਼ਨ ਦਊਂ, ਮੈਂ ਤੁਹਾਨੂੰ ਕਬੂਤਰ ਰੂਪ ਵਿੱਚ ਦਰਸ਼ਨ ਦਊਂ। ਸੰਗਤ ਜੀ ਉਸੇ ਤਰ੍ਹਾਂ ਹੀ ਜਿਸ ਦਿਨ ਗੁਰੂ ਜੀ ਦਾ ਮੈਨੂੰ ਮੈਸੇਜ ਆਉਂਦਾ ਸੀ ਤਿਤਲੀ ਰੂਪ ਵਿੱਚ ਜਾਂ ਕਬੂਤਰ ਰੂਪ ਵਿੱਚ, ਉਸੇ ਦਿਨ ਹੀ ਮੈਨੂੰ ਘਰ ਦੇ ਮੇਨ ਗੇਟ ਦੇ ਬਾਹਰ ਮੈਨੂੰ ਗੁਰੂ ਜੀ ਦੇ ਦਰਸ਼ਨ ਤਿਤਲੀ ਰੂਪ ਵਿੱਚ ਜਾਂ ਦੂਜਾ ਕਬੂਤਰ ਰੂਪ ਵਿੱਚ ਦਰਸ਼ਨ ਹੋ ਜਾਂਦੇ। ਸੰਗਤ ਜੀ ਗੁਰੂ ਜੀ ਦਾ ਮੈਨੂੰ ਇੱਕ ਦਿਨ ਗੁਰੂ ਜੀ ਦਾ ਮੈਸੇਜ ਆਇਆ, ਸੰਗਤ ਜੀ ਬੇਟੀ ਮੈਂ ਤੁਹਾਨੂੰ 7 ਨੰਬਰ ਦੀ ਬਲੈਸਿੰਗ ਦੇ ਰਿਹਾ, ਤੁਸੀਂ ਸੁਬਾਹ ਸ਼ਾਮ 7 ਵਜੇ ਪੂਰੇ ਮੇਰਾ ਮੰਤਰ ਜਾਪ ਕਰਿਆ ਕਰੋ। ਸੰਗਤ ਜੀ ਮੈਂ ਉਸੇ ਤਰ੍ਹਾਂ ਹੀ ਸੁਬਾਹ ਤੇ ਸ਼ਾਮ ਨੂੰ ਜਦੋਂ 7 ਵਜੇ ਨੇ ਗੁਰੂ ਜੀ ਦਾ ਮੰਤਰ ਜਾਪ ਡੇਲੀ ਰੋਜ਼ਾਨਾ ਕਰਦੀ ਹਾਂ। ਫਿਰ ਗੁਰੂ ਜੀ ਦਾ ਮੈਨੂੰ ਮੈਸੇਜ ਆਇਆ, ਬੇਟੀ ਜੇ ਤੁਸੀਂ ਬੜੇ ਮੰਦਰ ਨਹੀਂ ਆ ਸਕਦੇ ਤਾਂ ਤੁਸੀਂ ਆਪਣੇ ਸ਼ਿਵ ਜੀ ਦੇ ਮੰਦਰ ਹੀ ਆ ਜਾਣਾ, ਉੱਥੇ ਮੈਂ ਤੁਹਾਨੂੰ ਦਰਸ਼ਨ ਦਊਂਗਾ। ਸੰਗਤ ਜੀ ਇੱਕ ਦਿਨ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਸ਼ਿਵ ਜੀ ਦੇ ਮੰਦਰ ਜਾਣਾ, ਉਹਨਾਂ ਨੇ ਗੱਡੀ ਨਿਕਾਲੀ, ਗੱਡੀ ਦੇ ਅੱਗੇ ਬੈਠਣ ਲੱਗੀ ਤਾਂ ਉੱਥੇ ਸ਼ੀਸ਼ੇ ਦੇ ਉੱਪਰ ਮੈਨੂੰ ਬਟਰਫਲਾਈ ਦੇ ਆ ਕੇ ਅੱਗੇ ਮੇਰੇ ਬੈਠ ਕੇ। ਸੰਗਤ ਜੀ ਮੈਂ ਬਹੁਤ ਖੁਸ਼ ਹੋਈ, ਗੁਰੂ ਜੀ ਨੇ ਤਾਂ ਮੈਨੂੰ ਘਰ ਤੋਂ ਹੀ ਪਹਿਲਾਂ ਹੀ ਦਰਸ਼ਨ ਦੇ ਦਿੱਤੇ। ਮੈਂ ਕਿਹਾ ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਸੰਗਤ ਜੀ ਫਿਰ ਅਸੀਂ ਵੀ ਮੰਦਰ ਲਈ ਜਾਣ ਲੱਗੇ। ਰਸਤੇ ਦੇ ਵਿੱਚ ਵੀ ਤੁਹਾਨੂੰ ਗੱਡੀ ਦੇ ਕਿਤੇ ਅੱਗੇ ਕਿਤੇ ਪਿੱਛੇ ਬਟਰਫਲਾਈ ਦੇ ਦਰਸ਼ਨ ਹੋਏ। ਫਿਰ ਜਦ ਮੰਦਰ ਪਹੁੰਚ ਗਏ ਤਾਂ ਜਾ ਕੇ ਦੇਖਿਆ ਕਿ ਮੰਦਰ ਬੰਦ ਹੋ ਚੁੱਕਾ ਸੀ। ਸੰਗਤ ਜੀ ਮੈਂ ਬੜੀ ਉਦਾਸ ਹੋਈ ਕਿ ਮੰਦਰ ਬੰਦ ਹੋ ਚੁੱਕਾ। ਫਿਰ ਮੇਰੀ ਵੱਡੀ ਬੇਟੀ ਜਾ ਕਰ ਉੱਥੇ ਪੁੱਛਿਆ ਤੇ ਉਹ ਕਹਿੰਦੇ ਮੰਦਰ ਤਾਂ ਹੁਣ ਸ਼ਾਮ ਨੂੰ 5 ਵਜੇ ਖੁੱਲ੍ਹੇਗਾ। ਸੰਗਤ ਜੀ ਮੈਂ ਬਹੁਤ ਦੁਖੀ ਹੋਈ ਵੀ ਮੈਂ ਤਾਂ ਮਸਾਂ ਆਈ ਸੀ ਵੀ ਗੁਰੂ ਜੀ ਦੇ ਦਰਸ਼ਨ ਨਹੀਂ ਹੋ ਪਾਏ। ਉਸ ਟਾਈਮ ਸੰਗਤ ਜੀ ਤੁਸੀਂ ਯਕੀਨ ਨਹੀਂ ਮੰਨਣਾ ਕਿ ਵੱਡੇ ਮੇਨ ਗੇਟ ਦੇ ਉੱਪਰ ਮੰਦਰ ਦੇ ਸਾਹਮਣੇ ਐਡੀ ਵੱਡੇ ਬਟਰਫਲਾਈ ਦੇ ਉੱਪਰ ਗੇਟ ਦੇ ਮੈਨੂੰ ਦਰਸ਼ਨ ਹੋਏ। ਮੇਰੀ ਬੇਟੀ ਕਹਿੰਦੀ ਮੰਮਾ ਉਹ ਦੇਖੋ ਬਟਰਫਲਾਈ। ਸੰਗਤ ਜੀ ਮੈਂ ਉਸੇ ਟਾਈਮ ਕਿਹਾ ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਤੁਹਾਡਾ ਤਾਂ ਲੱਖ ਲੱਖ ਸ਼ੁਕਰਾਨਾ ਗੁਰੂ ਜੀ, ਤੁਸੀਂ ਮੈਨੂੰ ਦਰਸ਼ਨ ਦਿੱਤੇ। ਸੰਗਤ ਜੀ ਮੈਨੂੰ ਬਹੁਤ ਖੁਸ਼ੀ ਹੋਈ। ਸੰਗਤ ਜੀ ਫਿਰ ਅਸੀਂ ਹੌਸਪੀਟਲ ਚਲੇ ਗਏ। ਸੰਗਤ ਜੀ ਅਸੀਂ ਹੌਸਪੀਟਲ ਗਏ ਤਾਂ ਉੱਥੇ ਜਾ ਕੇ ਜਦੋਂ ਅਸੀਂ ਫਰੀਦਕੋਟ ਮੈਡੀਕਲ 'ਚ ਹੌਸਪੀਟਲ ਗਏ, ਉੱਥੇ ਜਾ ਕੇ ਜਦੋਂ ਅਸੀਂ ਡਾਕਟਰ ਨੂੰ ਮਿਲੇ ਤਾਂ ਡਾਕਟਰ ਨੇ ਪਹਿਲਾਂ ਮਤਲਬ ਕੋਈ ਡਾਕਟਰ ਨਹੀਂ ਰਾਹ ਦੇ ਰਿਹਾ ਸੀ। ਅਸੀਂ ਵੱਡੇ ਵੱਡੇ ਹੌਸਪੀਟਲਾਂ 'ਚੋਂ ਬਹੁਤ ਮੁੜੇ ਸੀਗੇ, ਪਹਿਲਾਂ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ। ਫਿਰ ਉਸ ਟਾਈਮ ਡਾਕਟਰ ਨੇ ਕਹਿ ਦਿੱਤਾ ਕਿ ਤੁਹਾਡਾ ਆਪਰੇਟ ਹੋ ਜਾਏਗਾ, ਪਰ 2 ਦਿਨ ਦਾ ਟਾਈਮ ਦਿਓ, ਮੈਂ ਤੁਹਾਨੂੰ ਆਪ ਕਾਲ ਕਰਾਂਗਾ। ਸੰਗਤ ਜੀ ਅਸੀਂ ਘਰ ਵਾਪਸ ਆ ਗਏ। 2 ਦਿਨ ਬਾਅਦ ਸੰਗਤ ਜੀ ਸਾਨੂੰ ਡਾਕਟਰ ਦਾ ਫਿਰ ਕਾਲ ਆਇਆ ਵੀ ਤੁਹਾਡਾ ਆਪਰੇਟ ਹੋਣਾ, ਵੀ ਤੁਸੀਂ ਆ ਜਾਓ। ਸੰਗਤ ਜੀ ਅਸੀਂ ਉਸੇ ਟਾਈਮ ਵੀਰਵਾਰ ਨੂੰ ਨਾਲ ਮੇਰੇ ਹਸਬੈਂਡ ਤੇ ਮੇਰੇ ਬ੍ਰਦਰ ਨਾਲ ਅਸੀਂ ਚਲੇ ਗਏ ਹੌਸਪੀਟਲ। ਉੱਥੇ ਸੰਗਤ ਜੀ ਮੇਰੇ ਕਾਫੀ ਟੈਸਟ ਵਗੈਰਾ ਹੋਏ, ਉਹਨਾਂ ਨੇ ਟੈਸਟ ਵਗੈਰਾ ਕੀਤੇ, ਰਿਪੋਰਟਾਂ ਕੀਤੀਆਂ। ਸੰਗਤ ਜੀ ਉੱਥੇ ਮੈਨੂੰ ਦੂਜਾ ਇੱਕ ਸੰਗਤ ਜੀ BP ਦੀ ਪ੍ਰੋਬਲਮ ਸੀ ਤੇ BP ਬਹੁਤ ਜ਼ਿਆਦਾ ਵੱਧ ਆਇਆ ਸੀ, ਨਾਲੇ ਥਾਇਰਾਇਡ ਦੀ ਰਿਪੋਰਟ ਦਾ ਵੀ ਥਾਇਰਾਇਡ ਵਿੱਚ ਆਇਆ। ਸੰਗਤ ਜੀ ਇਸ ਕਰਕੇ ਮੈਨੂੰ ਰਿਪੋਰਟਾਂ ਨਾ ਸਹੀ ਹੋਣ ਕਰਕੇ ਡਾਕਟਰ ਨੇ ਕਹਿ ਦਿੱਤਾ ਕਿ ਤੁਹਾਡਾ ਆਪਰੇਟ ਅਗਲੇ ਹਫਤੇ ਹੋਊਗਾ। ਅਸੀਂ ਸੰਗਤ ਜੀ ਘਰ ਵਾਪਸ ਆ ਗਏ। ਘਰ ਆ ਕੇ ਮੈਨੂੰ ਬੜੀ ਉਦਾਸੀ ਹੋਈ ਕਿ ਮੇਰਾ ਆਪਰੇਟ ਨਹੀਂ ਹੋ ਸਕਿਆ। ਇਸ ਦੇ ਵਿੱਚ ਸੰਗਤ ਜੀ ਕੋਈ ਗੁਰੂ ਜੀ ਦੀ ਮਰਜ਼ੀ ਸੀ, ਗੁਰੂ ਜੀ ਦੇ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਸੰਗਤ ਜੀ ਗੁਰੂ ਜੀ ਦੀ ਮਰਜ਼ੀ ਦੇ ਬਿਨਾਂ। ਤੇ ਗੁਰੂ ਜੀ ਮੈਂ ਸ਼ਾਮ ਨੂੰ ਘਰ ਬੈਠੀ ਹੋਈ ਸੀ ਤੇ ਇੱਕ ਆਂਟੀ ਆਏ। ਉਸ ਆਂਟੀ ਨੇ ਮੈਨੂੰ ਅੰਮ੍ਰਿਤਸਰ ਬਾਰੇ ਦੱਸਿਆ ਵੀ ਉੱਥੇ ਅਮਨਦੀਪ ਹੌਸਪੀਟਲ ਹੈ, ਉੱਥੇ ਵੀ ਬਹੁਤ ਵਧੀਆ ਡਾਕਟਰ ਹਨ। ਸੰਗਤ ਜੀ ਮੈਂ ਆਪਣੇ ਬ੍ਰਦਰ ਨਾਲ ਗੱਲ ਕੀਤੀ ਤੇ ਮੇਰੇ ਬ੍ਰਦਰ ਕਹਿੰਦੇ ਕੋਈ ਨਾ ਆਪਾਂ ਉੱਥੇ ਜਾ ਵੜਦੇ ਆ। ਸੰਗਤ ਜੀ ਅਸੀਂ ਦੂਸਰੇ ਦਿਨ ਨੂੰ ਅੰਮ੍ਰਿਤਸਰ ਗਏ। ਉੱਥੇ ਜਦੋਂ ਹੌਸਪੀਟਲ ਗਏ ਤਾਂ ਸੰਗਤ ਜੀ ਡਾਕਟਰ ਨੇ ਸਾਨੂੰ ਕਹਿ ਦਿੱਤਾ ਕਿ ਤੁਸੀਂ ਐਡਮਿਟ ਹੋ ਜਾਓ, ਵੀ ਮੈਂ ਤੁਹਾਡਾ ਆਪਰੇਟ ਵਧੀਆ ਠੀਕ ਹੋ ਜਾਊਂਗੇ, ਪਲੇਟਾਂ ਪਾ ਦੇਵਾਂਗੇ ਤੁਹਾਡੇ ਗੋਡੇ ਵਿੱਚ, ਵੀ ਲੱਤ ਤੁਹਾਡੀ ਬਿਲਕੁਲ ਠੀਕ ਹੋ ਜਾਊਗੀ। ਸੰਗਤ ਜੀ ਉਹਨਾਂ ਨੇ ਡਾਕਟਰ ਨੇ ਸਾਨੂੰ ਕਹਿ ਦਿੱਤਾ ਐਡਮਿਟ ਹੋ ਜਾਓ। ਅਸੀਂ ਪਰ ਘਰ ਵਾਪਸ ਆ ਗਏ। 2 ਦਿਨ ਬਾਅਦ ਸੰਗਤ ਜੀ ਆਪਰੇਟ ਲਈ ਜਾਣਾ ਸੀ ਅਸੀਂ। ਤੇ ਸੰਗਤ ਜੀ ਮੈਂ ਘਰ ਆ ਕੇ ਫਿਰ ਬਹੁਤ ਪਰੇਸ਼ਾਨ ਵੀ ਮੈਨੇ ਸੋਚਿਆ ਕਿ ਮੈਂ ਆਪਰੇਟ ਲਈ ਤਾਂ ਜਾਣਾ। ਸੰਗਤ ਜੀ ਸਾਡੇ ਘਰ ਮਤਲਬ ਡਾਕਟਰ ਨੇ 3 ਮਹੀਨਿਆਂ ਦਾ ਆਪਰੇਟ ਦੱਸਿਆ ਸੀ ਵੀ 3 ਮਹੀਨੇ ਬਿਲਕੁਲ ਨਹੀਂ ਚੱਲਣਾ ਫਿਰਨਾ। ਸੰਗਤ ਜੀ ਮੇਰੇ ਮਨ ਨੂੰ ਬੜੀ ਪਰੇਸ਼ਾਨੀ ਹੋਈ ਕਿ ਮੇਰੇ ਤਾਂ ਘਰ ਦੇ ਵਿੱਚ ਬੱਚੇ ਛੋਟੇ ਆ, ਕੁਛ ਵੀ ਨਹੀਂ ਕੰਮ ਦਾ ਨਹੀਂ ਸਰਨਾ, ਕੋਈ ਸਾਂਭਣ ਵਾਲਾ ਵੀ ਨਹੀਂ ਗਾ, ਘਰ ਦਾ ਕਿੱਦਾਂ ਹੋਊਗਾ। ਸੰਗਤ ਜੀ ਉਸੇ ਟਾਈਮ ਗੁਰੂ ਜੀ ਦੇ ਮੈਸੇਜ ਆਉਣ ਲੱਗੇ, ਬੇਟੀ ਬਿਲਕੁਲ ਉਦਾਸ ਨਾ ਮਤ ਹੋ ਬੇਟੀ,
ਤੁਹਾਡੇ ਬੱਚਿਆਂ ਦਾ ਵੀ ਮੈਂ ਖਿਆਲ ਰੱਖੂੰਗਾ ਤੇ ਤੁਹਾਡਾ ਵੀ ਮੈਂ ਖਿਆਲ ਰੱਖੂੰਗਾ ਬੇਟੀ। ਗੁਰੂ ਜੀ ਦੇ ਮੈਨੂੰ ਮੈਸੇਜ ਇਸੇ ਤਰ੍ਹਾਂ ਆਉਣ ਲੱਗੇ ਤੇ ਮੈਨੂੰ ਫਿਰ ਮਨ ਨੂੰ ਖੁਸ਼ੀ ਹੋਈ ਕਿ ਮੇਰੇ ਗੁਰੂ ਪਾ ਮੇਰੇ ਸਾਥ ਹੈ। ਤੇ ਸੰਗਤ ਜੀ ਇਸ ਤਰ੍ਹਾਂ ਮੈਨੂੰ ਗੁਰੂ ਜੀ ਦੇ ਮੈਸੇਜ ਆਉਣ ਲੱਗੇ। ਫਿਰ ਸੰਗਤ ਜੀ ਅਸੀਂ ਮੈਂ ਤੇ ਮੇਰਾ ਬ੍ਰਦਰ ਤੇ ਮੇਰੇ ਹਸਬੈਂਡ ਅਸੀਂ 2 ਦਿਨ ਬਾਅਦ ਆਪਰੇਸ਼ਨ ਲਈ ਅੰਮ੍ਰਿਤਸਰ ਗਏ। ਸੰਗਤ ਜੀ ਰਸਤੇ ਵਿੱਚ ਮੈਨੂੰ ਬਟਰਫਲਾਈ ਦੇ ਦਰਸ਼ਨ ਹੋਏ। ਸੰਗਤ ਜੀ ਹਾਂਜੀ ਸੰਗਤ ਜੀ ਮੈਂ ਪਹਿਲਾਂ ਦੱਸਣਾ ਭੁੱਲ ਗਈ ਵੀ ਜਦੋਂ ਦਿਨ ਅਸੀਂ ਪਹਿਲੇ ਦਿਨ ਡਾਕਟਰ ਨੂੰ ਅੰਮ੍ਰਿਤਸਰ ਦਿਖਾਉਣ ਗਏ ਉਸ ਦਿਨ 7 ਤਰੀਕ ਸੀਗੀ। ਸੰਗਤ ਜੀ ਮੈਨੂੰ ਗੁਰੂ ਜੀ ਨੇ 7 ਨੰਬਰ ਦੀ ਬਹੁਤ ਵੱਡੀ ਬਲੈਸਿੰਗ ਦਿੱਤੀ ਆ। ਤੇ ਫਿਰ ਅਸੀਂ ਆਪਰੇਟ ਲਈ ਮਤਲਬ ਗੁਰੂ ਜੀ 9 ਤਰੀਕ ਨੂੰ ਗਏ ਸੀ ਤੇ ਉਹਨਾਂ ਨੇ ਮੈਨੂੰ ਐਡਮਿਟ ਕਰ ਲਿਆ ਜੀ। ਉਹਨਾਂ ਨੇ ਮੇਰਾ ਰਿਪੋਰਟਾਂ ਵਗੈਰਾ ਕੀਤੀਆਂ ਜੀ, ਜਿਹੜੀ ਮੇਰੇ VP ਦੀ ਰਿਪੋਰਟ, ਥਾਇਰਾਇਡ ਦੀ ਰਿਪੋਰਟ। ਸੰਗਤ ਜੀ ਤੁਸੀਂ ਯਕੀਨ ਨਹੀਂ ਕਰਨਾ, ਮੈਨੂੰ ਨਾ ਥਾਇਰਾਇਡ ਨਾ ਮੈਨੂੰ BP ਕੋਈ ਪ੍ਰੋਬਲਮ ਨਹੀਂ ਹੈ ਸੰਗਤ ਜੀ। ਬਿਲਕੁਲ ਰਿਪੋਰਟਾਂ ਮੇਰੀਆਂ ਨੋਰਮਲ ਆਈਆਂ ਗੁਰੂ ਜੀ ਦੀ ਕਿਰਪਾ ਦੇ ਨਾਲ। ਤੇ 11 ਅਕਤੂਬਰ ਨੂੰ ਮੇਰਾ ਦੂਜਾ ਹੋਣਾ ਸੀ। ਤੇ ਸੰਗਤ ਜੀ ਮੇਰਾ ਆਪਰੇਟ ਦਾ ਟਾਈਮ 11 ਵਜੇ ਦਾ ਸੀ। ਉਹ ਮੈਨੂੰ 11 ਵਜੇ ਡਾਕਟਰ ਮਤਲਬ ਅੰਦਰ ਲੈ ਗਏ। ਤੇ ਸੰਗਤ ਜੀ ਉੱਥੇ ਮਤਲਬ ਮੈਨੂੰ ਜਦੋਂ ਆਪਰੇਟ ਉੱਥੇ ਕਰਨ ਲਈ ਲੈ ਗਏ ਤੇ ਹੋਰ ਮਤਲਬ ਜਿਹੜੇ ਵੀ ਕੋਈ ਮਰੀਜ਼ ਸੀਗੇ ਉਹਨਾਂ ਦੇ ਸਾਰਿਆਂ ਨੇ ਆਪਰੇਟ ਲਈ ਪਹਿਲਾਂ ਲੈ ਕੇ ਜਾਈ ਜਾਣ ਤੇ ਮੈਂ ਉਸੇ ਤਰ੍ਹਾਂ ਹੀ ਪਈ। ਸੰਗਤ ਜੀ 11 ਵਜੇ ਦੇ ਗਏ, ਮੈਨੂੰ ਬਿਲਕੁਲ ਮੈਨੂੰ ਬੜੀ ਪਰੇਸ਼ਾਨੀ ਆ ਵੀ ਮੇਰੇ ਤਾਂ ਡਾਕਟਰ ਆਪਰੇਟ ਕਰ ਨਹੀਂ ਰਹੇ, ਮੈਨੂੰ ਇਦੋਂ ਦਾ ਲਿਆਂਦਾ ਵੀ ਇੰਨਾ ਟਾਈਮ ਹੋ ਗਿਆ। ਸੰਗਤ ਜੀ ਮੈਂ ਉਸੇ ਤਰ੍ਹਾਂ ਪਈ, ਗੁਰੂ ਜੀ ਦਾ ਮੰਤਰ ਜਾਪ ਕਰੀ ਜਾਵਾਂ ਗੁਰੂ ਜੀ ਦਾ ਮੰਤਰ ਜਾਪ ਕਰੀ ਜਾਵਾਂ। ਗੁਰੂ ਜੀ ਵੀ ਤੁਸੀਂ ਹੀ ਮੇਰਾ ਚੱਲ ਦੇਖਣਾ, ਤੁਸੀਂ ਹੀ ਮੇਰਾ ਸਾਰਾ ਕੁਝ ਠੀਕ ਕਰਨਾ। ਸੰਗਤ ਜੀ ਪੂਰੇ 7 ਵਜੇ ਮੈਨੂੰ ਆਪਰੇਸ਼ਨ ਦੇ ਥੀਏਟਰ ਦੇ ਅੰਦਰ ਲੈ ਕੇ ਸੰਗਤ ਜੀ ਗੁਰੂ ਜੀ ਨੇ ਮੈਨੂੰ 7 ਨੰਬਰ ਦੀ ਬਲੇਸਿੰਗ ਬਹੁਤ ਦਿੱਤੀ ਆ। ਸੰਗਤ ਜੀ ਪੂਰੇ 7 ਵਜੇ ਨੂੰ ਮੈਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਗਏ। ਸੰਗਤ ਜੀ ਜਦੋਂ ਮੈਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਗਏ ਉਹਨਾਂ ਨੇ ਮੇਰੇ ਇੰਜੈਕਸ਼ਨ ਵਗੈਰਾ ਲਾਇਆ ਤੇ ਇੱਕ ਡਾਕਟਰ ਮੇਰੇ ਪਾਸ ਆ ਕੇ ਖੜੇ ਹੋ ਗਏ। ਮੈਨੂੰ ਕਹਿੰਦੇ ਬੇਟੀ ਤੁਹਾਨੂੰ ਥਾਇਰਾਇਡ ਵੀ ਆ, ਤੁਹਾਨੂੰ BP ਦੀ ਕੋਈ ਪ੍ਰੋਬਲਮ ਹੈ? ਮੈਂ ਕਿਹਾ ਸਰ ਵੀ BP ਤੇ ਥਾਇਰਾਇਡ ਹੈਗਾ ਸੀ, ਉਹਨਾਂ ਰਿਪੋਰਟਾਂ ਨੋਰਮਲ। ਉਹ ਡਾਕਟਰ ਹੱਸ ਕੇ ਕਹਿੰਦੇ ਦੂਜਾ ਬਹੁਤ ਵਧੀਆ, ਅੱਜ ਤੱਕ ਤਾਂ ਐਸਾ ਕभी ਨਹੀਂ ਹੋਇਆ ਕਿ ਵੀ ਜਾਂ ਕਿਸੇ ਦੀ ਨੋਰਮਲ ਰਿਪੋਰਟ ਆਈ ਥਾਇਰਾਇਡ ਵੀ ਹੋਵੇ ਤੇ BP ਵੀ ਹੋਵੇ, ਅਚਾਨਕ ਵੀ ਨੋਰਮਲ ਰਿਪੋਰਟ ਆ ਗਈ। ਸੰਗਤ ਜੀ ਤੁਸੀਂ ਯਕੀਨ ਨਹੀਂ ਮੰਨਣਾ, ਮੈਨੂੰ ਆਪਣੇ ਗੁਰੂ ਪਾ ਤੇ ਬਹੁਤ ਯਕੀਨ ਸੀ। ਮੈਨੂੰ ਇੱਦਾਂ ਲੱਗੇ ਜਿਵੇਂ ਮੇਰੇ ਗੁਰੂ ਭਾਈ ਮੇਰੇ ਸਾਥ ਖੜੇ ਹੁੰਦੇ ਆ। ਸੰਗਤ ਜੀ ਫਿਰ ਮੇਰਾ ਆਪਰੇਟ ਵਧੀਆ ਹੋ ਗਿਆ। ਜਦੋਂ ਮੇਰਾ ਆਪਰੇਟ ਹੋ ਗਿਆ ਫਿਰ ਉਹ ਡਾਕਟਰ ਨੇ ਮੈਨੂੰ ਆ ਕੇ ਕਿਹਾ ਬੇਟੀ ਤੁਹਾਡਾ ਆਪਰੇਟ ਬਹੁਤ ਵਧੀਆ ਹੋ ਗਿਆ, ਠੀਕ ਹੋ ਗਿਆ। ਸੰਗਤ ਜੀ ਇਸ ਤਰ੍ਹਾਂ ਮੈਨੂੰ ਗੁਰੂ ਜੀ ਦੀ ਕਿਰਪਾ ਨਾਲ ਮੇਰਾ ਆਪਰੇਟ ਵਧੀਆ ਠੀਕ ਠਾਕ ਹੋ ਗਿਆ। ਸੰਗਤ ਜੀ ਗੁਰੂ ਜੀ ਨੇ ਮੈਨੂੰ ਬਹੁਤ ਬਲੈਸਿੰਗ ਕੀਤਾ, ਉਹਨਾਂ ਦੀ ਕਿਰਪਾ ਦੇ ਨਾਲ ਮੈਂ ਹੁਣ ਠੀਕ ਆ। ਤੇ ਦੂਸਰਾ ਸਤਸੰਗ ਮੇਰੀ ਛੋਟੀ ਗੁੜੀਆ ਲਈ ਆ, ਮੇਰੀ ਛੋਟੀ ਬੇਟੀ ਲਈ। ਸੰਗਤ ਜੀ ਕਰਵਾ ਚੌਥ ਦੇ ਟਾਈਮ ਮੇਰੀ ਛੋਟੀ ਬੇਟੀ ਦੇ ਅਚਾਨਕ ਪੇਟ ਦੇ ਵਿੱਚ ਇੰਨਾ ਪੇਨ ਹੋਣ ਲੱਗ ਗਿਆ ਕਿ ਬਹੁਤ ਜ਼ਿਆਦਾ ਉਹਨੂੰ ਪੇਨ ਦੀ ਪ੍ਰੋਬਲਮ ਆਈ। ਨਾ ਉਹ ਤੋਂ ਕੁਛ ਖਾਇਆ ਜਾਂਦਾ ਸੀ ਨਾ ਪੀਆ ਜਾਂਦਾ। ਜਦੋਂ ਉਹ ਖਾਂਦੀ ਪੀਂਦੀ ਸੀ ਉਹਦੇ ਅੰਦਰ ਇੰਨਾ ਜਲਦਾ ਸੀ ਸੰਗਤ ਜੀ, ਉਹ ਤੋਂ ਪਾਣੀ ਵੀ ਨਹੀਂ ਪੀਤਾ ਜਾਂਦਾ ਸੀ। ਬਹੁਤ ਪ੍ਰੋਬਲਮ ਆ ਗਈ ਸੰਗਤ ਜੀ, ਅਸੀਂ ਬਹੁਤ ਪਰੇਸ਼ਾਨ ਸੀ ਸੰਗਤ ਜੀ, ਬਹੁਤ ਪਰੇਸ਼ਾਨ ਸੀ। ਮੇਰੀ ਬੇਟੀ ਨੂੰ ਦੇਖ ਕੇ ਅਸੀਂ ਮੈਨੂੰ ਬਹੁਤ ਡਾਕਟਰਾਂ ਨੂੰ ਦਿਖਾਇਆ, ਕਿਸੇ ਡਾਕਟਰ ਤੋਂ ਕੋਈ ਫਰਕ ਨਹੀਂ ਪੈ ਰਿਹਾ ਸੀ ਸੰਗਤ ਜੀ। ਫਿਰ ਮੈਨੂੰ ਗੁਰੂ ਜੀ ਦੇ ਅਸੀਂ ਉਹਨੂੰ ਜਲ ਪ੍ਰਸ਼ਾਦ ਦੇ ਨਾਲ ਉਹਨੂੰ ਮੈਡੀਸਨ ਦੇਣ ਲੱਗੇ। ਗੁਰੂ ਜੀ ਦੇ ਸਰੂਪ ਜੀ ਦੇ ਨਾਲ ਉਹਨਾਂ ਦੀ ਦਵਾਈ ਬਲੈਸ ਕਰਾ ਕੇ ਬੇਟੀ ਨੂੰ ਦਵਾਈ ਮੈਡੀਸਨ ਦਿੰਦੇ ਰਹੇ, ਉਸਨੂੰ ਜਲ ਪ੍ਰਸ਼ਾਦ ਨਾਲ ਦਵਾਈ ਦਿੰਦੇ ਰਹੇ। ਗੁਰੂ ਜੀ ਦੇ ਮੈਸੇਜ ਆਉਣ ਲੱਗੇ ਬੇਟੀ ਤੁਹਾਡੀ ਬਿਮਾਰੀ ਮੈਂ ਜੜ ਤੋਂ ਖਤਮ ਕਰ ਦੂੰ। ਸੰਗਤ ਜੀ ਉਹਨਾਂ ਨੇ ਗੁਰੂ ਜੀ ਨੇ ਮੇਰੀ ਬੇਟੀ ਨੂੰ ਇੱਦਾਂ ਹੀ ਮੈਸੇਜ, ਉਹਨਾਂ ਨੇ ਮੇਰੀ ਬੇਟੀ ਦੇ ਸਿਰ ਪਰ ਹੱਥ ਰੱਖਿਆ ਤੇ ਉਹਨਾਂ ਨੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਬਲੈਸ ਕੀਤਾ। ਸੰਗਤ ਜੀ ਮੇਰੀ ਬੇਟੀ ਨੂੰ ਉਹਨਾਂ ਨੇ ਜਦੋਂ ਕਿਹਾ ਵੀ ਮੈਂ ਤੁਹਾਡੀ, ਉਹਨਾਂ ਨੇ ਫਿਰ ਸੰਗਤ ਜੀ ਮੈਸੇਜ ਗੁਰੂ ਜੀ ਦਾ ਮੈਸੇਜ ਆਇਆ ਬੇਟਾ ਤੁਹਾਡੀ ਬੇਟੀ ਦੇ ਉੱਪਰ ਬਲੈਕ ਮੈਜਿਕ ਆ, ਇਸੇ ਤਰ੍ਹਾਂ ਵੀ ਮੈਂ ਬਲੈਕ ਮੈਜਿਕ ਨੂੰ ਖਤਮ ਕਰ ਦੂੰ। ਸੰਗਤ ਜੀ ਨਾਲ ਕਿਸੇ ਨੇ ਨਾ ਮੇਰੇ ਬੇਟੀ ਦੇ ਵਾਲ ਕੱਟ ਲਿੱਤੇ ਸੀ ਤੇ ਅਸੀਂ ਬਾਅਦ ਵਿੱਚ ਦੇਖਿਆ ਵੀ ਬੇਟੀ ਦੇ ਵਾਲ ਵੀ ਕੱਟੇ ਹੋਏ ਹਨ ਤੇ ਗੁਰੂ ਜੀ ਦੇ ਮੈਸੇਜ ਵੀ ਆਉਣ ਲੱਗੇ ਇਸ ਤੇ ਵੀ ਬਲੈਕ ਮੈਜਿਕ ਹੋਇਆ। ਤੇ ਪਰ ਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਉਹਨੂੰ ਜਲ ਪ੍ਰਸ਼ਾਦ ਨਾਲ ਦਵਾਈ ਦਿੰਦੇ ਰਹੇ, ਗੁਰੂ ਜੀ ਦੇ ਅੱਗੇ ਮੰਤਰ ਜਾਪ ਕਰਦੇ ਵੀ ਗੁਰੂ ਜੀ ਹੁਣ ਤੁਸੀਂ ਹੋਈ ਆ ਮੇਰੀ ਬੇਟੀ ਦਾ। ਗੁਰੂ ਜੀ ਦੀ ਕਿਰਪਾ ਦੇ ਨਾਲ ਦੀਵਾਲੀ ਵੇਲੇ ਮੇਰੀ ਬੇਟੀ ਬਿਲਕੁਲ ਠੀਕ ਹੋ ਗਈ। ਸੰਗਤ ਜੀ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ। ਸੰਗਤ ਜੀ ਤੀਸਰਾ ਸਤਸੰਗ ਮੇਰੀ ਵੱਡੀ ਬੇਟੀ ਲਈ ਆ। ਮੇਰੀ ਵੱਡੀ ਬੇਟੀ ਨੇ ਆਈਲਟਸ ਕੀਤੀ ਹੋਈ ਸੀ ਤੇ ਉਸ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ। ਅਸੀਂ ਗੁਰੂ ਜੀ ਅੱਗੇ ਬਹੁਤ ਅਰਦਾਸ ਕੀਤੀ ਹੈ ਮੇਰੇ ਗੁਰੂ ਪਾ ਵੀ ਮੇਰੀ ਬੇਟੀ ਦਾ ਵੀਜ਼ਾ ਲੱਗ ਜੇ। ਗੁਰੂ ਜੀ ਨੇ ਸਾਡੀ ਅਰਦਾਸ ਸੁਣ ਲਈ, ਗੁਰੂ ਜੀ ਨੇ ਮੇਰੀ ਬੇਟੀ ਦਾ ਵੀਜ਼ਾ ਆ ਗਿਆ। ਇਹ ਸੰਗਤ ਜੀ 17 ਤਰੀਕ ਨੂੰ ਮੈਂ ਸੁਬਾਹ 7 ਵਜੇ ਦਾ ਟਾਈਮ ਸੀ ਤੇ ਮੈਂ ਹਲੇ ਮਤਲਬ ਸਾਹਮਣੇ ਸਾਡੇ ਲੌਬੀ ਆ ਤੇ ਉਹਦੇ ਮੇਨ ਗੇਟ ਆ ਬਾਹਰ
ਤੇ ਮੇਨ ਗੇਟ ਦੇ ਬਾਹਰ ਜਦੋਂ ਮੈਂ ਸਾਹਮਣੇ ਬਾਰੀ ਵਿੱਚ ਦੀ ਲੌਬੀ ਦੇ ਵਿੱਚ ਦੀ ਵੇਖ ਰਹੀ ਸੀ 7 ਵਜੇ ਗੁਰੂ ਜੀ ਮੈਨੂੰ ਮੈਸੇਜ ਆਇਆ ਵੀ ਬੇਟੀ ਅੱਜ ਮੈਂ ਤੁਹਾਨੂੰ ਕਬੂਤਰ ਰੂਪ ਵਿੱਚ ਦਰਸ਼ਨ ਦਊਂਗਾ ਤੇ ਬਾਅਦ ਵਿੱਚ ਤੁਹਾਨੂੰ ਇੱਕ ਗੁੱਡ ਨਿਊਜ਼ ਮਿਲੇਗੀ। ਸੰਗਤ ਜੀ ਤੁਸੀਂ ਯਕੀਨ ਨਹੀਂ ਕਰਨਾ, ਉਸੇ ਟਾਈਮ ਜਦੋਂ ਮੈਂ ਮੈਸੇਜ ਪੜ੍ਹਿਆ ਮੈਨੂੰ ਸਾਹਮਣੇ ਬਿਲਕੁਲ ਬਾਰੀ ਦੇ ਵਿੱਚ ਦੀ ਲੌਬੀ ਵਿੱਚ ਦੀ ਬਾਰੀ ਦੇ ਵਿੱਚ ਮੇਨ ਗੇਟ ਤੇ ਕਬੂਤਰ ਦੇ ਵਾਈਟ ਕਬੂਤਰ ਦੇ ਦਰਸ਼ਨ ਹੋਏ। ਸੰਗਤ ਜੀ ਮੈਂ ਬਹੁਤ ਖੁਸ਼ ਹੋਈ ਵੀ ਗੁਰੂ ਜੀ ਨੇ ਮੈਨੂੰ ਦਰਸ਼ਨ ਦਿੱਤੇ। ਮੈਂ ਕਿਹਾ ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਕਿਰਪਾ ਕਰੋ। ਤੇ ਬਾਅਦ ਵਿੱਚ ਸੰਗਤ ਜੀ 9 ਵਜੇ ਨੂੰ ਮੇਰੀ ਬੇਟੀ ਨੂੰ ਕਾਲ ਆ ਗਿਆ ਵੀ ਬੇਟੀ ਨੇ ਤੁਹਾਡਾ ਵੀਜ਼ਾ ਲੱਗ ਗਿਆ। ਸੰਗਤ ਜੀ ਮੈਨੂੰ ਬਹੁਤ ਖੁਸ਼ੀ ਹੋਈ, ਮੇਰੇ ਗੁਰੂ ਪਾ ਨੇ ਜੈਸਾ ਮੈਨੂੰ ਮੈਸੇਜ ਦਿੱਤਾ ਸੀ ਇਹ ਸੱਚ ਹੋਇਆ। ਸੰਗਤ ਜੀ ਇਸੇ ਤਰ੍ਹਾਂ ਗੁਰੂ ਜੀ ਨੇ ਮੇਰੇ ਤੇ ਬਹੁਤ ਬਲੈਸਿੰਗ ਕੀਤੀ ਹੈ। ਸੰਗਤ ਜੀ ਫਿਰ ਮੇਰੀ ਬੇਟੀ ਗੁਰੂ ਜੀ ਦੀ ਕਿਰਪਾ ਦੇ ਨਾਲ ਵਿਦੇਸ਼ ਯਾਤਰਾ ਲਈ ਕੈਨੇਡਾ ਬਾਹਰ ਚਲੀ ਗਈ, ਪੜ੍ਹਨ ਲਈ ਚਲੀ ਗਈ। ਸੰਗਤ ਜੀ ਉਸ ਵਹਾਂ ਜਾ ਕੇ ਮੇਰੀ ਬੇਟੀ ਦਾ ਕਾਲਜ ਵੀ ਘਰ ਤੋਂ ਬਹੁਤ ਦੂਰ ਸੀ, ਬਹੁਤ ਔਖਾ ਕਾਲਜ ਸੀਗਾ। ਸੰਗਤ ਜੀ ਫਿਰ ਮੈਂ ਗੁਰੂ ਜੀ ਅੱਗੇ ਅਰਦਾਸ ਕੀਤੀ ਵੀ ਗੁਰੂ ਜੀ ਮੇਰੀ ਬੇਟੀ ਨੂੰ ਕੋਈ ਹੋਰ ਵਧੀਆ ਕਾਲਜ ਵਿੱਚ ਐਡਮਿਸ਼ਨ ਮਿਲ ਜੇ। ਗੁਰੂ ਜੀ ਸੰਗਤ ਜੀ ਗੁਰੂ ਜੀ ਨੇ ਐਸੇ ਹੀ ਕੀਤਾ। ਮੇਰੀ ਬੇਟੀ ਨੂੰ ਦਾ ਕਾਲਜ ਅਸੀਂ ਚੇਂਜ ਕਰਨ ਲਈ ਆਫਰ ਲੈਟਰ ਮੰਗਵਾਈ ਤੇ ਗੁਰੂ ਜੀ ਨੇ ਮੇਰੀ ਬੇਟੀ ਦੇ ਲਈ ਹੋਰ ਵਧੀਆ ਕਾਲਜ ਵਿੱਚ ਐਡਮਿਸ਼ਨ ਦਵਾ ਦਿੱਤੀ। ਸੰਗਤ ਜੀ ਤੁਸੀਂ ਯਕੀਨ ਨਹੀਂ ਕਰਨਾ 17 ਤਰੀਕ ਨੂੰ ਹੀ ਮੇਰੀ ਬੇਟੀ ਦੀ ਪੜ੍ਹਾਈ ਸ਼ੁਰੂ ਹੋਈ। ਗੁਰੂ ਜੀ ਨੇ ਬਹੁਤ 7 ਨੰਬਰ ਦੀ ਸਾਨੂੰ ਬਲੈਸਿੰਗ ਦਿੱਤੀ। ਸੰਗਤ ਜੀ ਮੇਰੀ ਜਿਸ ਤਰ੍ਹਾਂ ਗੁਰੂ ਜੀ ਨੇ ਮੇਰੇ ਬੱਚਿਆਂ ਦੇ ਤੇ ਮੇਰੇ ਤੇ ਕਿਰਪਾ ਕੀਤੀ, ਅੱਗੇ ਵੀ ਬਸ ਗੁਰੂ ਜੀ ਸਾਡੇ ਤੇ ਇਸੇ ਤਰ੍ਹਾਂ ਹੀ ਕਿਰਪਾ ਕਰਨ। ਸੰਗਤ ਜੀ ਗੁਰੂ ਜੀ ਬਹੁਤ ਦਿਆਲੂ ਆ, ਹਰ ਇੱਕ ਦੀ ਬਹੁਤ ਸੁਣਦੇ ਹਨ। ਸੰਗਤ ਜੀ ਗੁਰੂ ਜੀ ਹਰ ਇੱਕ ਦੀ ਮਨੋਕਾਮਨਾ ਪੂਰੀ ਕਰਦੇ ਹਨ। ਗੁਰੂ ਜੀ ਜਿਸ ਤਰ੍ਹਾਂ ਤੁਸੀਂ ਮੇਰੀ ਮਨੋਕਾਮਨਾ ਪੂਰੀ ਕੀਤੀ, ਆਪਣੀ ਸਾਰੀ ਸੰਗਤ ਦੀ ਮਨੋਕਾਮਨਾ ਪੂਰੀ ਕਰਨੀ, ਉਹਨਾਂ ਦੇ ਅਰਦਾਸ ਸੁਣਨੀ, ਉਹਨਾਂ ਨੂੰ ਬਲੈਸ ਕਰ ਗੁਰੂ ਜੀ ਹਰ ਇੱਕ ਦੀ ਮਨੋਕਾਮਨਾ ਪੂਰੀ ਕਰਨੀ। ਹੁਣ ਮੈਂ सत्संग ਨੂੰ यही विराम देती हूँ। जे गुरु जी पा ने चाहया तो ਅੱਗੇ ਵੀ ਮੈਂ सत्संग ਹੋਰ ਸ਼ੇਅਰ ਕਰੂੰਗੀ। ਗੁਰੂ ਜੀ ਬਸ ਇਹੀ ਕਿਰਪਾ ਬਣਾਈ ਰੱਖਣ। ਸੰਗਤ ਜੀ ਮੈਂ ਇੱਕ ਹੋਰ ਦੱਸਣਾ ਚਾਹੁੰਦੀ ਹਾਂ, ਮੇਰੀ ਭਤੀਜੀ ਆ ਕੈਨੇਡਾ ਵਿੱਚ, ਉਹ ਤੇ ਬਹੁਤ ਪ੍ਰੋਬਲਮ ਚੱਲ ਰਹੀ ਆ, ਬਹੁਤ ਪ੍ਰੋਬਲਮ ਆ ਇਸ ਪਰ चल रही है, वो बहुत मुश्किल दौर से गुजर रही है। मैं गुरु जी अगे ही प्रार्थना करती हूँ कि जिस तरह गुरु जी ने सानू ब्लैस मैनू किया, मेरे बच्चों नू किया, इस तरह मेरी वो बेटी, मैं उस भतीजी का और बेटी ज़्यादा मानती हूँ, इस तरह मेरी वो बड़ी बेटी को भी ब्लैस करन, उन्हें भी अपनी किरपा देन। ते मैं जल्दी तो जल्दी उहदे लई भी एक सत्संग होर बना के गुरु जी अगे शुकराना सत्संग शेयर करा। संगत जी गुरु जी मेरे ते किरपा करन। हुण मैं गुरु जी दे सामने 2 लाइना बोलना चाहती हूँ। सतगुर मैं तेरी पतंग, सतगुर मैं तेरी पतंग, हवा विच उड़दी जावांगी, हवा विच उड़दी जावांगी, साइयां डोरी हथों छड्डी ना मैं कट्टी जावांगी। सतगुर मैं तेरी पतंग, सतगुर मैं तेरी पतंग, बड़ी मुश्किल दे नाल मिलिया मैनू तेरा दवारा है, मैनू तेरा दवारा है, हुण इक्को तू ही मेरा आसरा, हुण नाल तू ही सहारा है, तू ही सहारा है, हुण तेरे ही भरोसे, हुण तेरे ही भरोसे, हवा विच उड़दी जावांगी, हवा विच उड़दी जावांगी, साइयां डोरी हथों छड्डी ना मैं कट्टी जावांगी। सतगुर मैं तेरी पतंग, सतगुर मैं तेरी पतंग। जय गुरु जी, शुकराना गुरु जी। प्यारी प्यारी संगत जी, जय गुरु जी। जय संगत जी, गुरु जी जे मेरे को सत्संग करदिया तो कोई गलती हो गई होवे तां मैनू माफ़ करना। ये मेरा पहला सत्संग सी, मैनू क्षमा करना। हुण मैं गुरु जी अगे दा मंत्र जाप करना चाहनी हाँ। ओम नमः शिवाय, शिव जी सदा सहाय, ओम नमः शिवाय, गुरु जी सदा सहाय। संगत जी आज हम श्री रुद्र संहिता का द्वितीय खंड का 23वां अध्याय सुनेंगे। शिव द्वारा ज्ञान और मोक्ष का वर्णन। ब्रह्मा जी बोले, है महर्षि नारद, भगवान शिव और सती के हिमालय से वापस आने के पश्चात वे पुनः पहले की तरह कैलाश पर्वत पर अपना निवास करने लगे। एक दिन देवी सती ने भगवान शिव को भक्ति भाव से नमस्कार किया और कहने लगी, हे देवाधिदेव महादेव कल्याण सागर, आप सभी की रक्षा करते हैं। हे भगवान, मुझ पर भी अपनी कृपा दृष्टि कीजिए। प्रभु, आप परम पुरुष और सबके स्वामी हैं। आप रजोगुण, तमोगुण और सत्वगुण से दूर हैं। आपको पति रूप में पाकर मेरा जन्म सफल हो गया। हे करुणा निधान, आपने मुझे हर प्रकार का सुख दिया है तथा मेरे हर इच्छा को पूरा किया है, परंतु अब मेरा मन तत्वों की खोज करता है। मैं उस परम तत्व का ज्ञान प्राप्त करना चाहती हूँ
जो सभी को सुख प्रदान करने वाला है, जिसे पाकर जीव संसार के दुखों और मोह माया से मुक्त हो जाता है और उसका उद्धार हो जाता है। प्रभु, मुझ पर कृपा कर आप मेरा ज्ञान वर्धन करें। ब्रह्मा जी बोले, मुने, इस प्रकार आदि शक्ति देवी सती ने जीवों के उद्धार के लिए भगवान शिव से प्रश्न किया। उस प्रश्न को सुनकर महान योगी, सबके स्वामी भगवान शिव प्रसन्नता पूर्वक बोले, हे देवी, हे दशनी दीनी, मैं तुम्हें उस अमृतमयी कथा को सुनाता हूँ जिसे सुनकर मनुष्य संसार के बंधनों से मुक्त हो जाता है। यही वह परम तत्व विज्ञान है जिसके उदय होने से मेरा बराह स्वरूप है। ज्ञान प्राप्त करने पर उस विज्ञानी पुरुष की बुद्धि शुद्ध हो जाती है। उस विज्ञान की माता मेरी भक्ति है। यह भोग और मोक्ष रूप को प्रदान करती है। भक्ति और ज्ञान सदा सुख प्रदान करता है। भक्ति के बिना ज्ञान और ज्ञान के बिना भक्ति की प्राप्ति नहीं होती है। हे देवी, मैं सदा अपने भक्तों के अधीन हूँ। भक्ति दो प्रकार की होती है, सगुण और निर्गुण। शास्त्रों से प्रेरित और हृदय के सहज प्रेम से प्रेरित भक्ति श्रेष्ठ होती है, परंतु किसी वस्तु की कामना स्वरूप की गई भक्ति निम्न कोटि की होती है। हे प्रिय, मुनियों ने सगुणा और निर्गुणा नामक दोनों भक्तियों के 9 भेद बताए हैं। श्रवण, कीर्तन, समरण, सेवन, दास्य, अर्चन, वंदन, सख्य और आत्मसमर्पण ही भक्ति के अंग माने जाते हैं। जो एक स्थान पर स्थिरतापूर्वक बैठकर तन मन को एकाग्रचित्त करके मेरी कथा और कीर्तन को प्रतिदिन सुनता है, इसे श्रवण कहा जाता है। जो अपने हृदय में मेरे दिव्य जन्म कर्मों का चिंतन करता है और उसका अपनी वाणी से उच्चारण करता है, इसे भजन रूप में गाना ही कीर्तन कहा जाता है। मेरे स्वरूप को नित्य अपने आसपास हर वस्तु में तलाश कर मुझे स्वतंत्र व्यापक मानना तथा सदैव मेरा चिंतन करना ही समरण है। सूर्य निकलने से लेकर रात्रि तक, सूर्यास्त तक हृदय और इंद्रियों से निरंतर मेरी सेवा करना ही सेवन कहा जाता है। स्वयं को प्रभु का कीकर समझकर अपने हृदयामृत के भोग से भगवान का समरण दास्य कहा जाता है। अपने धन और वैभव के अनुसार 16 उपचारों के द्वारा मनुष्य द्वारा की गई मेरी पूजा अर्चना कहलाती है। मन, ध्यान और वाणी से मंत्रों का उच्चारण करते हुए इंद्रदेव को नमस्कार करना वंदन कहा जाता है। ईश्वर द्वारा किए गए फैसलों को अपना हित समझकर उसे सदैव मंगल मानना ही संख्य है। मनुष्य के पास जो भी वस्तु है वह भगवान की प्रसन्नता के लिए उनके चरणों में अर्पण कर उन्हें समर्पित कर देना ही आत्मा समर्पण कहलाता है। भक्ति के यह 9 अंग भोग और मोक्ष प्रदान करने वाले हैं। यह सभी ज्ञान के साधन मुझे प्रिय हैं। मेरी सागोपाग भक्ति ज्ञान और वैराग्य को जन्म देती है। इससे सभी अभीष्ट फलों की प्राप्ति होती है। मुझे मेरी भक्त बहुत प्यारे हैं। तीनों लोकों और चारों युगों में भक्ति के समान दूसरा कोई भी सुखदायक मार्ग नहीं है। कलयुग में जब ज्ञान और वैराग्य का हांस हो जाएगा, तब भी भक्ति ही शुभ फल प्रदान करने वाली होगी। मैं सदा ही अपने भक्तों के वश में रहता हूँ। मैं अपने भक्तों की विपरीत परिस्थितियों में सदैव सहायता करता हूँ और उसके सभी कष्टों को दूर करता हूँ। मैं अपने भक्तों का रक्षक हूँ। ब्रह्मा जी बोले, नारद, देवी सती को भक्त और भक्ति का महत्व सुनकर बहुत प्रसन्नता हुई। उन्होंने भगवान शिव को प्रणाम किया और पूर्ण शास्त्रों के बारे में पूछा। वह यह जानना चाहती थी कि सभी जीवों का उद्धार करने वाला, उन्हें सुख प्रदान करने वाला सभी साधनों का प्रतिपादक शास्त्र कौन सा है। वे ऐसे शास्त्र का महात्म्य सुनना चाहती थी। सती का प्रश्न सुनकर शिवजी जी ने प्रसन्नतापूर्वक सभी शास्त्रों के विषय में देवी सती को बताया। महेश्वर ने 5 अंगों सहित तंत्र शास्त्र, यंत्र शास्त्र तथा सभी देवेश्वरों की महिमा का वर्णन किया। उन्होंने इतिहास की कथा भी सुनाई। पुत्र और क्षत्रिय के धर्म की महिमा भी बताई। मनुष्यों को सुख प्रदान करने वाले वेदक शास्त्र तथा ज्योतिष शास्त्र का भी वर्णन किया। भगवान शिव ने भक्तों का महात्म्य और राजधर्म भी बताया। इसी प्रकार
भगवान शिव ने सती को उनके पूछे सभी प्रश्नों का उत्तर देते हुए सभी कथाएं सुनाई। संगत जी, कल के सत्संग में आप श्री रुद्र संहिता का द्वितीय खंड का 24वां अध्याय सुनेंगे। जय गुरु जी, शुक्राना गुरु जी। संगत जी, अगर आपको आज का सत्संग अच्छा लगा हो तो आप इस सत्संग को और संगत के साथ जरूर साझा करें, जिससे वो भी महाराज का दिव्य आशीर्वाद प्राप्त कर सके। जय गुरु जी।